ऐसा कीर्तन कर मन मेरे, ईहा ऊहा जो काम तेरे। ਇਹ ਬ੍ਰਹਮੰਡੀ ਸੁਨੇਹਾ ਬਾਣੀ ਕੇ ਬੋਹਿਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ। ਗੌੜੀ ਰਾਗ ਵਿੱਚ ਉਚਾਰਿਤ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 236 ਤੇ ਸੁਭਾਇਮਾਨ ਹੈ। ਇੱਥੇ ਕੀਰਤਨ ਤੋਂ ਭਾਵ ਪ੍ਰਭੂ ਦੀ ਸਿਫਤੋ ਸਲਾਹ ਹੈ। ਦਰਅਸਲ ਕਾਦਰ ਦੀ ਰਚੀ ਹੋਈ ਕੁਦਰਤ ਬੇਅੰਤ ਹੈ। ਕੁਦਰਤ ਦੇ ਵਿੱਚ ਬਹੁਤ ਸਾਰੀ ਰਚਨਾ ਹੈ। ਧਰਤ ਹੈ, ਆਕਾਸ਼ ਹੈ, ਪਾਤਾਲ ਹੈ, ਵਨਸਪਤ ਹੈ, ਪ੍ਰਾਣੀ ਹਨ, ਜੀ ਜੰਤ ਹਨ, ਨਕਸ਼ਤਰ ਹਨ, ਗ੍ਰਹਿ ਹਨ, ਤਾਰੇ ਹਨ ਔਰ ਬਹੁਤ ਸਾਰੀ ਰਚਨਾ ਹੈ। ਇਹ ਸਾਰੀ ਰਚਨਾ ਕਾਦਰ ਦੀ ਰਚਨਾ ਹੈ। ਕਾਦਰ ਦੀ ਰਚੀ ਹੋਈ ਕੁਦਰਤ ਔਰ ਇਸ ਦੀ ਸਰਵੋਤਮ ਕ੍ਰਿਤ ਮਾਨਵ ਜੋ ਹੈ ਉਹ ਪ੍ਰਭੂ ਦੀ ਕੀਰਤੀ ਕਰਦਾ ਹੈ। ਦਰਅਸਲ ਕੀਰਤਨ ਲਫ਼ਜ਼ ਆਇਆ ਹੈ। ਕੀਰਤਨ ਤੋਂ ਭਾਵ ਹੈ ਪ੍ਰਭੂ ਦਾ ਜਸ ਗਾਉਣਾ। ਬੇਸ਼ੱਕ ਗੁਰਮਤ ਦੇ ਵਿੱਚ ਰਾਗ ਦੁਆਰਾ ਗਾਇਨ ਕਰਕੇ ਪ੍ਰਭੂ ਦੀ ਸਿਫਤੋ ਸਲਾਹ ਕਰਨ ਨੂੰ ਕੀਰਤਨ ਕਿਹਾ ਜਾਂਦਾ ਹੈ। ਉਂਝ ਕੁਦਰਤ ਵੀ ਪ੍ਰਭੂ ਦੀ ਕੀਰਤੀ ਕਰ ਰਹੀ ਹੈ, ਪ੍ਰਭੂ ਦਾ ਜਸ ਗਾਇਨ ਕਰ ਰਹੀ ਹੈ। ਪਰਵਤਾਂ ਤੋਂ ਟਕਰਾ ਕੇ ਜੋ ਪਵਨ ਆਂਦੀ ਹੈ ਉਸ ਦੇ ਵਿੱਚ ਸੰਗੀਤ ਹੈ। ਜਲ ਦੇ ਝਰਨਿਆਂ ਦੇ ਵਿੱਚ ਸੰਗੀਤ ਹੈ। ਵਣਸਪਤ ਦੇ ਪੱਤੇ ਜੋ ਕੜ-ਕੜ ਕਰਦੇ ਹਨ ਤਿਨਾਂ ਦੇ ਵਿੱਚ ਸੰਗੀਤ ਹੈ। ਕੁਦਰਤ ਸੰਗੀਤ ਤੋਂ ਵਾਂਝੀ ਨਹੀਂ ਹੈ। ਦਰਅਸਲ ਜਿਸ ਤਰ੍ਹਾਂ ਕੁਦਰਤ ਸੌਗਾਤ ਹੈ, ਕੁਦਰਤ ਦੇ ਨਾਲ-ਨਾਲ ਸੰਗੀਤ ਵੀ ਸੌਗਾਤ ਹੈ। ਪੰਘੂੜੇ ਵਿੱਚ ਪਿਆ ਹੋਇਆ ਬੱਚਾ ਜਦੋਂ ਰੋਂਦਾ ਕੁਰਲਾਉਂਦਾ ਹੈ ਤਾਂ ਉਸ ਨੂੰ ਮਾਂ ਲੋਰੀ ਦਿੰਦੀ ਹੈ ਇੱਕ ਸੰਗੀਤ ਮਾਧਿਅਮ ਰਾਹੀਂ, ਤਾਂ ਇਹ ਵੀ ਸੰਗੀਤ ਹੈ। ਉਹ ਉਸ ਦੇ ਨਾਲ ਪ੍ਰਭਾਵਿਤ ਹੁੰਦਾ ਹੈ। ਇਸ ਕਰਕੇ ਸੰਗੀਤ ਜੋ ਹੈ ਉਹ ਕੁਦਰਤ ਦੇ ਨਾਲ ਹੀ ਹੈ। ਕੀਰਤਨ ਦਾ ਪ੍ਰਚਲਨ ਜੋ ਹੈ, ਕੀਰਤਨ ਦੀ ਮਾਨਤਾ ਆਰੰਭ ਤੋਂ ਹੀ ਰਹੀ ਹੈ। ਯੁਗਾਂ ਦੇ ਆਰੰਭ ਤੋਂ ਰਹੀ ਹੈ। ਬੇਸ਼ੱਕ ਉਹ ਦੁਆਪਰ ਯੁੱਗ ਕਿਉਂ ਨਾ ਹੋਵੇ। ਦੁਆਪਰ ਯੁੱਗ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਹੋਣੀ ਬੰਸਰੀ ਸਾਜ਼ ਨੂੰ ਵਜਾਉਂਦੇ ਸਨ। ਆਪਣੇ ਮਨ ਨੂੰ ਉਸ ਪ੍ਰਭੂ ਨਾਲ ਜੋੜ ਲੈਂਦੇ ਸਨ ਔਰ ਇਹ ਪ੍ਰਕਿਰਿਆ ਚਲਦੀ ਆ ਰਹੀ ਹੈ। ਸ਼੍ਰੀਮਦ ਭਗਵਦ ਗੀਤਾ, ਵੈਸ਼ਨਵ ਧਰਮ ਗ੍ਰੰਥਾਂ ਤੇ ਹੋਰਨਾਂ ਗ੍ਰੰਥਾਂ ਦੇ ਵਿੱਚ ਵੀ ਕੀਰਤਨ ਨੂੰ ਮਾਨਤਾ ਪ੍ਰਾਪਤ ਹੋਈ ਹੈ। ਇੱਥੋਂ ਤੱਕ ਕਿ ਭਾਗਵਤ ਪੁਰਾਣ ਦੇ ਮੁਤਾਬਕ ਜੋ ਨਵਦਾ ਭਗਤੀ ਹੈ ਉਸ ਦੇ ਵਿੱਚੋਂ ਕੀਰਤਨ ਨੂੰ ਵੀ ਇੱਕ ਪ੍ਰਕਾਰ ਦੀ ਉੱਤਮ ਭਗਤੀ ਮੰਨਿਆ ਗਿਆ ਹੈ, ਜਿਸ ਰਾਹੀਂ ਇਨਸਾਨ ਉਸ ਅਕਾਲ ਪੁਰਖ ਨਾਲ, ਉਸ ਕਰਤੇ ਨਾਲ, ਉਸ ਦੀ ਕੀਰਤੀ ਕਰਦਾ ਕਰਦਾ ਇੱਕ ਮਿਕ ਹੋ ਜਾਂਦਾ ਹੈ, ਇੱਕ ਸੁਰ ਹੋ ਜਾਂਦਾ ਹੈ। ਇਹ ਕੀਰਤੀ ਹੈ। ਗੁਰਮਤ ਵਿੱਚ ਇੱਕ ਨਿਵੇਕਲਾ ਕੀਰਤਨ ਕਰਨ ਦਾ ਢੰਗ ਹੈ ਜਿਸ ਨੂੰ ਗੁਰਮਤ ਸੰਗੀਤ ਕਿਹਾ ਜਾਂਦਾ ਹੈ। ਇਸ ਵਿੱਚ ਸੰਗੀਤ ਨੂੰ ਮਨਫੀ ਨਹੀਂ ਕੀਤਾ ਗਿਆ, ਸੰਗੀਤ ਨੂੰ ਲਿਆ ਗਿਆ ਹੈ। ਦਰਅਸਲ ਕੀਰਤੀ ਤਾਂ ਵੈਸੇ ਵੀ ਹੋ ਜਾਂਦੀ ਹੈ। ਸਿਮਰਨ ਕਰਿਆਂ ਵੀ ਪ੍ਰਭੂ ਦੀ ਕੀਰਤੀ ਹੁੰਦੀ ਹੈ, ਪਰ ਸਿਮਰਨ ਕਰਨਾ ਇਸ ਪ੍ਰਕਾਰ ਹੈ ਜਿਸ ਤਰ੍ਹਾਂ ਕਿ ਆਪਣੇ ਘਰ ਦੇ ਵਿੱਚ ਸਥਾਪਿਤ ਖੂਹ ਦੇ ਵਿੱਚੋਂ ਜਲ ਲੈ ਕੇ ਆਪਣੀਆਂ ਪੈਲੀਆਂ ਨੂੰ ਪਾਣੀ ਦੇ ਦੇਣਾ ਔਰ ਫਸਲ ਪ੍ਰਾਪਤ ਕਰ ਲੈਣਾ, ਜਾਂ ਫਿਰ ਨਾਲ ਲੱਗਦੀ ਹੋਰ ਕਿਸੇ ਖੇਤ ਦੀ ਪੈਲੀ ਵਿੱਚ ਉਸੇ ਖੂਹ ਦੇ ਵਿੱਚੋਂ ਜਲ ਦੇ ਦੇਣਾ, ਜਿਸ ਨਾਲ ਆਪ ਤੇ ਨਾਲ ਦੀਆਂ ਜਿਹੜੀਆਂ ਪੈਲੀਆਂ ਹਨ ਉਹਨਾਂ ਨੂੰ ਵੀ ਫਸਲਾਂ ਦੀ ਪ੍ਰਾਪਤੀ ਹੋ ਜਾਏ। ਔਰ ਕੀਰਤਨ ਇੱਕ ਨਿਰੰਤਰ ਮੇਘ ਦੀ ਰਾਹੀਂ ਵਰਦਾ ਮੀਂਹ ਹੈ ਜੋ ਤਪਦਿਆਂ ਹੋਇਆਂ ਹਿਰਦਿਆਂ ਨੂੰ ਸੀਤਲ ਕਰ ਦਿੰਦਾ ਹੈ। ਇਹ ਅਧਿਆਤਮਕ ਸਾਧਨ ਹੈ ਜਿਸ ਦੇ ਨਾਲ ਪ੍ਰਭੂ ਦੀ ਸਾਧਨਾ ਕੀਰਤੀ ਸਹਿਜੇ ਹੀ ਕੀਤੀ ਜਾਂਦੀ ਹੈ। ਇਸ ਵਿੱਚ ਰਸ ਆਉਂਦਾ ਹੈ। ਦਰਅਸਲ ਬਾਣੀ ਵੀ ਜੋ ਹੈ ਉਹ ਕਾਵਿ ਰੂਪ ਵਿੱਚ ਹੈ, ਲੈ ਪੂਰਨ ਹੈ,
ਪਰ ਇਹ ਲੈ, ਇਹ ਕਵਿਤਾ ਜਾਂ ਇਹ ਕਾਵ ਉਸ ਨੂੰ ਸਮਝ ਆਉਂਦਾ ਹੈ ਜੋ ਭਾਸ਼ਾ ਦਾ ਗਿਆਤਾ ਹੈ। ਜਦੋਂ ਕਾਵ ਰਚਨਾ ਦੇ ਨਾਲ ਸੰਗੀਤ ਮਿਸ਼ਰਿਤ ਹੋ ਜਾਂਦਾ ਹੈ ਤਾਂ ਉਹ ਇੱਕ ਅਲੌਕਿਕ ਰਸ ਪ੍ਰਦਾਨ ਕਰਦਾ ਹੈ, ਜਿਸ ਨਾਲ ਸਰਵਣ ਕਰਨ ਵਾਲਾ ਉਸ ਰਚਨਾ ਦਾ ਆਨੰਦ ਮਾਣਦਾ ਹੋਇਆ ਅਕਾਲ ਪੁਰਖ ਨਾਲ ਇਕਸੁਰ ਹੋ ਜਾਂਦਾ ਹੈ। ਕੀਰਤਨ ਦੀ ਇਤਨੀ ਮਹਾਨਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਭਗਤਾਂ ਦੀ ਬਾਣੀ ਵੀ ਹੈ। 12ਵੀਂ ਸਦੀ ਤੋਂ ਆਰੰਭ ਹੋਈ ਹੈ ਇਹ ਕੀਰਤਨ ਦੀ ਪਰੰਪਰਾ। ਭਗਤ ਜੈਦੇਵ ਜੀ ਨੇ ਜੋ ਗੀਤ ਗੋਬਿੰਦ ਰਚਨਾ ਕੀਤੀ ਹੈ ਉਹ ਪ੍ਰਭੂ ਦੀ ਕੀਰਤੀ ਹੀ ਕੀਤੀ ਹੈ। 1270 ਈਸਵੀ ਵਿੱਚ ਜੋ ਭਗਤ ਨਾਮਦੇਵ ਜੀ ਹੋਏ ਨੇ, ਤਿਨਾਂ ਨੇ ਇੱਕ ਤਾਰਾ ਸਾਜ਼ ਦੇ ਨਾਲ ਪ੍ਰਭੂ ਦਾ ਜਸ ਗਾਇਨ ਕੀਤਾ ਹੈ। ਔਰ ਕੀਰਤੀ ਦੇ ਵਿੱਚ ਇਤਨਾ ਬਲ, ਇਤਨਾ ਤੇਜ਼ ਪ੍ਰਤਾਪ ਕਿ ਦਿਹਰੇ ਦਾ ਜੋ ਮੁਖ ਸੀ ਉਹ ਭਗਤ ਨਾਮਦੇਵ ਜੀ ਵੱਲ ਹੋ ਜਾਂਦਾ ਹੈ। ਜਿਉਂ-ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦੇਹਰਾ ਫਿਰੈ। ਐਸਾ ਹੈ ਕੀਰਤਨ ਦਾ ਪ੍ਰਭਾਵ। ਸਿੱਖ ਧਰਮ ਦੇ ਸੰਸਥਾਪਕ ਬਾਬਾ ਨਾਨਕ ਜੀ ਨੇ ਕੀਰਤਨ ਦੀ ਆਰੰਭਤਾ ਕੀਤੀ ਹੈ। ਜਦੋਂ ਆਪ ਲੰਬੀਆਂ ਯਾਤਰਾਵਾਂ ਤੇ ਜਾਂਦੇ ਹਨ ਤੇ ਨਾਲ ਆਪਣੇ ਤੋਂ ਵਡੇਰੀ ਉਮਰ ਦੇ ਭਾਈ ਮਰਦਾਨਾ ਜੀ ਜੋ ਸੰਗੀਤਕਾਰ ਸਨ, ਤਿਨਾਂ ਨੂੰ ਲੈਂਦੇ ਹਨ। ਆਪ ਦਾ ਜੋ ਮਨਪਸੰਦ ਦਾ ਸਾਜ਼ ਰਬਾਬ ਸੀ, ਭਾਈ ਮਰਦਾਨਾ ਜੀ ਰਬਾਬ ਲੈ ਕੇ ਆਪਣੇ ਸੰਗੀਤ ਨੂੰ ਸਫਲਾ ਪ੍ਰਭੂ ਦੀ ਕੀਰਤੀ ਦੇ ਨਾਲ ਕਰਦੇ ਹਨ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਮਨ ਵਜਦ ਵਿੱਚ ਆਂਦਾ ਤਾਂ ਭਾਈ ਮਰਦਾਨਾ ਜੀ ਨੂੰ ਸੰਬੋਧਿਤ ਹੁੰਦੇ, ਮਰਦਾਨਿਆ ਰਬਾਬ ਛੇੜ, ਕਾਏ ਸਿਫਤ ਖੁਦਾ ਦੀ ਕਰੀਏ। ਤੋ ਐਸੀ ਬਾਣੀ ਪੜ੍ਹੀ ਜਾਂਦੀ ਸੀ, ਐਸਾ ਇਲਹਾਮ ਪੜ੍ਹਿਆ ਜਾਂਦਾ ਸੀ ਕਿ ਠੱਗ ਬਿਰਤੀ ਵਾਲੇ ਲੋਕ ਸੱਜਣ ਬਣ ਜਾਂਦੇ ਸਨ, ਦਾਨੋ ਬਿਰਤੀ ਵਾਲੇ ਲੋਕ ਦੇਵਤੇ ਬਣ ਜਾਂਦੇ ਸਨ, ਔਰ ਕੁੱਲ ਕਾਇਨਾਤ ਸੁਰ ਦੇ ਵਿੱਚ ਹੋ ਜਾਂਦੀ ਸੀ। ਮਨੁੱਖ ਕਰਮ ਕਾਂਡਾਂ ਤੋਂ ਨਿਜਾਤ ਪਾ ਕੇ ਸੱਚੇ ਅਕਾਲ ਪੁਰਖ ਦੀ ਸੱਚੀ ਅਰਾਧਨਾ ਵੱਲ ਰੁਚਿਤ ਹੋ ਜਾਂਦਾ ਸੀ। ਕੀਰਤਨ ਦੀ ਬੜੀ ਮਹਿਮਾ ਹੈ। ਕਿਹਾ ਜਾਂਦਾ ਹੈ ਕਿ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਆਰੰਭਤਾ ਦੀ ਰਵਾਇਤ ਕਾਇਮ ਕੀਤੀ ਸੀ। ਉਪਰੰਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ 4 ਚੌਕੀਆਂ ਕੀਰਤਨ ਦੀ ਮਰਿਆਦਾ ਆਰੰਭ ਕੀਤੀ। ਆਸਾ ਦੀ ਵਾਰ, ਚਰਨ ਕਮਲ ਔਰ ਸੋਦਰ ਤੇ ਕਲਿਆਣ ਦੀ ਚੌਕੀ ਦਾ ਕੀਰਤਨ ਆਰੰਭ ਕੀਤਾ। ਬੇਸ਼ੱਕ ਇਸ ਕੀਰਤਨ ਪਰੰਪਰਾ ਦਾ ਜੋ ਮੁੱਢਲਾ ਔਰ ਅਸਲੀ ਜੋ ਰੂਪ ਸੀ, ਸ਼ੈਲੀ ਸੀ, ਉਹ ਅੱਜ ਉਸ ਰੂਪ ਵਿੱਚ ਤਾਂ ਨਹੀਂ ਹੈ, ਪਰ ਫਿਰ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਆਰੰਭ ਕੀਤੀ ਗਈ ਕੀਰਤਨ ਪਰੰਪਰਾ ਨੂੰ ਬਹਾਲ ਰੱਖਿਆ ਜਾਵੇ। ਅੱਜ ਵੀ ਕੀਰਤੀ ਹੋ ਰਹੀ ਹੈ, ਪਰ ਇਹ ਕੀਰਤੀ ਜੋ ਹੈ ਉਹ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਭਾਵ ਰੱਖ ਕੇ ਕਰਨੀ ਚਾਹੀਦੀ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤਾ ਹੈ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਕਰ ਲੈ ਜਾਏ। ਜੇਕਰ ਅਸੀਂ ਪ੍ਰਭੂ ਦੀ ਕੀਰਤੀ ਦਾ ਗਾਇਨ ਔਰ ਉਸ ਦਾ ਸ਼ਰਵਣ ਜੋ ਹੈ ਮਨ ਦੇ ਵਿੱਚ ਪ੍ਰੇਮ ਰੱਖ ਕੇ ਕਰਦੇ ਹਾਂ ਤਾਂ ਦੁੱਖ ਪਰੇ ਚਲੇ ਜਾਂਦੇ ਹਨ ਔਰ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਹੋਰ ਮਹਾਨਤਾ ਦੱਸਦੇ ਹਨ, ਸਿਫਤੀ ਗੰਢ ਭਵੈ ਦਰਬਾਰ। ਕਿਤਨੀ ਮਹਾਨ ਗੱਲ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਪ੍ਰਭੂ ਦੀ ਕੀਰਤੀ ਕਰਕੇ, ਸਿਫਤੋ ਸਲਾਹ ਕਰਕੇ ਅਕਾਲ ਪੁਰਖ ਦੇ ਨਾਲ ਗੰਢ ਸਥਾਪਿਤ ਹੁੰਦੀ ਹੈ, ਉਸ ਦੇ ਨਾਲ ਪ੍ਰੀਤ ਸਥਾਪਿਤ ਹੁੰਦੀ ਹੈ। ਬੜੀ ਮਹਾਨਤਾ ਹੈ ਕੀਰਤਨ ਦੀ। ਕੀਰਤਨ ਲੋਕ ਤੇ ਪ੍ਰਲੋਕ ਵਿੱਚ ਸਹਾਈ ਹੁੰਦਾ ਹੈ, ਪਰ ਉਹ ਕੀਰਤਨ ਨਿਰਵਿਕਾਰ ਹੋ ਕੇ, ਨਿਰਛਲ ਹੋ ਕੇ, ਪੂਰੀ ਤਰ੍ਹਾਂ ਸਮਰਪਿਤ ਹੋ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਕੀਤਾ ਜਾਵੇ।
ਗੁਰਮਤਿ ਸੰਗੀਤ ਵਿੱਚ ਵਿਧਾਨ ਹੈ ਕਿ ਸੰਗੀਤ ਦੀ ਪ੍ਰਧਾਨਤਾ ਨਹੀਂ ਹੈ, ਇਸ ਵਿੱਚ ਸ਼ਬਦ ਪ੍ਰਧਾਨ ਹੈ, ਕਿਉਂਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ। ਸ਼ਬਦ ਗੁਰੂ ਦੇ ਵਿੱਚ ਹੀ ਸੁਰਤ ਨੇ ਚੇਲੀ ਬਣ ਕੇ ਖੁੱਭਣਾ ਹੈ, ਤਾਂ ਉਸ ਨੂੰ ਕੁਝ ਪ੍ਰਾਪਤੀ ਹੋਣੀ ਹੈ। ਇਸ ਕਰਕੇ ਸੰਗੀਤ ਦੇ ਉੱਪਰ ਜੋ ਸ਼ਬਦ ਹੈ ਉਹ ਸਵਾਰੀ ਕਰਦਾ ਹੈ, ਸੰਗੀਤ ਮਾਧਮ ਹੈ। ਗੁਰਮਤਿ ਸੰਗੀਤ ਕੀਰਤਨ ਪਰੰਪਰਾ ਦਾ ਵਿਧਾਨ ਇਹ ਹੈ ਕਿ ਇਸ ਦਾ ਜੋ ਸਰੋਤਾ ਹੈ, ਸਰਵਣ ਕਰਨ ਵਾਲਾ ਹੈ, ਉਹ ਵੀ ਇਸ ਵਿਧਾਨ ਦਾ ਅਨੁਸਰਨ ਕਰੇ ਔਰ ਗਾਇਨ ਕਰਨ ਵਾਲਾ ਵੀ। ਪੂਰੀ ਹਿਦਾਇਤ ਦਿੱਤੀ ਹੈ ਗੁਰੂ ਸਾਹਿਬ ਜੀ ਨੇ। ਭਲੋ ਭਲੋ ਰੇ ਕੀਰਤਨੀਆਂ, ਰਾਮ ਰਾਮਾ ਰਾਮਾ ਗੁਣ ਗਾਓ, ਛੋੜ ਮਾਇਆ ਕੇ ਤੰਦ ਸੁਆਓ। ਸੁਚੇਤ ਕੀਤਾ ਹੈ, ਇਤਿਹਾਸ ਗਵਾਹ ਹੈ ਕਿ ਰਬਾਬੀਆਂ ਤੋਂ ਬਾਅਦ ਹੋਰ ਵੀ ਸੱਜਣ ਕੀਰਤਨ ਕਰਿਆ ਕਰਦੇ ਸਨ, ਪਰ ਮਨ ਦੇ ਵਿੱਚ ਅਕਾਲ ਪੁਰਖ ਦਾ ਭੈ ਰੱਖ ਕੇ, ਉਸ ਦਾ ਭਾਵ ਰੱਖ ਕੇ ਕੀਰਤਨ ਕਰਨ ਦੀ ਪ੍ਰੇਰਨਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਹੈ, ਜਿਨ੍ਹਾਂ ਨੇ ਖੁਦ ਸਰਿੰਦਾ ਜੋ ਸਾਜ਼ ਸੀ ਉਹ ਇਜਾਦ ਕੀਤਾ। ਗੁਰੂ ਸਾਹਿਬ ਖੁਦ ਕੀਰਤਨ ਕਰਿਆ ਕਰਦੇ ਸਨ। ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਤੁਰਕੀ ਬਾਣੀ ਦਾ ਕੀਰਤਨ ਕਰਿਆ ਕਰਦੇ ਸਨ। ਆਪ ਜੀ ਦੇ ਨਾਲ ਵੀ 5 ਤੰਤੀ ਸਾਜ਼ਾਂ ਵਾਲੇ, 5 ਤਾਲ ਸਾਜ਼ਾਂ ਵਾਲੇ ਔਰ 5 ਹੀ ਗਾਇਨ 'ਚ ਸਾਥ ਦੇਣ ਵਾਲੇ ਸਾਥੀ ਹੁੰਦੇ ਸਨ। ਤੁਰਕੀ ਬਾਣੀ ਦਾ ਕੀਰਤਨ ਐਸਾ ਖਜ਼ਾਨਾ ਹੈ ਜੋ ਇੱਕ ਆਨੰਦ ਦਾ ਸੋਮਾ ਹੈ। ਪੰਚਮ ਪਾਤਸ਼ਾਹ ਫਰਮਾਉਂਦੇ ਹਨ, ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਗਹੀਰਾ। ਇਹ ਫਿਰ ਇਹ ਵੀ ਫਰਮਾਇਆ ਗਿਆ ਹੈ ਕਿ ਇਹ ਅਨਹਦ ਬਾਣੀ ਜੋ ਹੈ ਉਹ ਹੈ ਕੀਰਤਨ। ਅਨਹਦ ਬਾਣੀ ਪੂੰਜੀ, ਸੰਤਨ ਹੱਥ ਰਾਖੀ ਕੂੰਜੀ। ਇਹ ਸਿਫਤੋ ਸਲਾਹ ਦੀ ਦਾਤ ਸੰਤਾਂ ਨੂੰ ਪ੍ਰਾਪਤ ਹੁੰਦੀ ਹੈ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਜਿਸ ਨੂੰ ਇਹ ਕੀਰਤੀ ਕਰਨੀ ਆ ਜਾਂਦੀ ਹੈ, ਉਹ ਸਮਝ ਲਓ ਪ੍ਰਭੂ ਦੀਆਂ ਬਖਸ਼ਿਸ਼ਾਂ ਦਾ ਪਾਤਰ ਬਣ ਜਾਂਦਾ ਹੈ। ਪਰ ਇਹ ਕੀਰਤਨ ਕਰਨ ਦੀ ਦਾਤ, ਪ੍ਰਭੂ ਦੀ ਕੀਰਤੀ ਕਰਨ ਦੀ ਦਾਤ ਪੂਰਬਲੇ ਕੀਤੇ ਹੋਏ ਕਰਮਾਂ ਸਦਕਾ ਹੀ ਪ੍ਰਾਪਤ ਹੁੰਦੀ ਹੈ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕਹਿ ਕਰਮਾ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੂਰਬ ਲਿਖੇ ਕਾ ਲੈਣਾ। ਤਾਂ ਤੇ ਫਿਰ ਕੀਰਤਨ ਇਸ ਪ੍ਰਕਾਰ ਸੁਣਨਾ ਚਾਹੀਦਾ ਹੈ ਜਿਸ ਦੇ ਨਾਲ ਦੁੱਖਾਂ ਦਾ ਨਾਸ ਹੋ ਜਾਵੇ। ਪਰ ਅੱਜ ਕਿਉਂ ਇਹ ਐਸੀ ਵਿਡੰਬਨਾ ਹੈ ਕਿ ਹਰ ਕੀਰਤਨ ਸੁਣੈ, ਹਰ ਕੀਰਤਨ ਗਾਵੇ, ਤਿਸ ਜਨ ਦੁਖ ਨਿਕਟ ਨਹੀਂ ਆਵੇ। ਅਸੀਂ ਕੀਰਤਨ ਸਰਵਣ ਵੀ ਕਰਦੇ ਹਾਂ, ਫਿਰ ਵੀ ਅਸੀਂ ਚਿੰਤਤ ਹਾਂ, ਚਿੰਤਾਤਰ ਹਾਂ, ਦੁੱਖਾਂ ਦੇ ਵਿੱਚ ਗੁਲਤਾਨ ਹਾਂ। ਕਿਉਂ? ਕਾਰਨ ਇਹੀ ਹੈ ਕਿ ਜੋ ਗੁਰੂ ਸਾਹਿਬਾਨ ਨੇ ਹਿਦਾਇਤ ਰੱਖੀ ਹੈ, ਭਾਖਿਆ ਭਾਉ ਅਪਾਰ, ਪ੍ਰੇਮ ਦੀ ਭਾਸ਼ਾ ਰੱਖ ਕੇ, ਨਿਰਵਿਕਾਰ ਹੋ ਕੇ, ਪ੍ਰਭੂ ਨੂੰ ਸਮਰਪਿਤ ਹੋ ਕੇ, ਉਸ ਨੂੰ ਆਪਣਾ ਆਪ ਸਮਰਪਣ ਕਰਕੇ ਪ੍ਰਭੂ ਦੀ ਕੀਰਤੀ, ਯਸ਼ ਗਾਇਨ ਕਰੀਏ। ਇਹੀ ਕੀਰਤੀ ਹੈ, ਇਹੀ ਕੀਰਤਨ ਹੈ, ਇਹੀ ਨਿਹਚਲ ਆਧਾਰ ਹੈ। ਹਰ ਕੀਰਤਨ ਆਧਾਰ ਨਿਹਚਲ ਇਹ ਤਨੋ।